खालसा वाहिगुरू जी की फतेह। सिख चैनल की टीम यूके तो पहुंची हुई है। सारे वेदांती साबना सिंह साहब वेदांती जी तो डॉक्टर सुखप्रीत सिंह जी उधर के हरमंदर साहब के इन्हों का इंटरव्यू होगा। इन्होंने सवाल किए जाओगे बलवंत सिंह राजोबाना ते। पहला सवाल हैगा, इस इशू ते काफ़ी इकट्ठ आया सिख कम्यूनिटी के विच। ये पहला विचार देवो भई इस इशू ते इस मोड ते हुण इन्नी इकट्ठ काते आई सी कम्यूनिटी काफ़ी दर्द होई। यूके यूरोप के विच पंजाब दे विच सिख कम्यूनिटी बहुत फीलिंग हुई कि बलवंत सिंह राजोबाना नूं पहला फांसी ना होवे, दूसरी गल रिलीज़ होवे। इस इशू ते तुसीं पहला कॉमेंट करो प्लीज़ भी वाई वाज देयर सो मच यूनिटी, इकट्ठ किहड़े रीजन ते होई। डॉक्टर सुखप्रीत सिंह जी। वाहिगुरू जी का खालसा वाहिगुरू जी की फतेह। जिथों तक कौमी इकट्ठता की गल है, ਜਦੋਂ ਵੀ ਕੌਮ ਦੀ ਜਿਹੜੀਆਂ ਸਿਧਾਂਤਕ ਕਦਰਾਂ ਕੀਮਤਾਂ ਨੇ ਉਹਨਾਂ ਦੇ ਉੱਪਰ ਕੋਈ ਵੀ ਹਮਲਾਵਰ ਕਿਸੇ ਨਾ ਕਿਸੇ ਰੂਪ 'ਚ ਹਮਲਾਵਰ ਹੁੰਦਾ ਹੈ ਜਾਂ ਸਾਡੇ ਹੱਕਾਂ ਦੀ ਅਣਦੇਖੀ ਹੁੰਦੀ ਹੈ ਜਾਂ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ ਕਿ ਕਿਸੇ ਬਹੁ ਗਿਣਤੀ ਦੇ ਵਾਸਤੇ ਕਾਨੂੰਨ ਵੱਖਰਾ ਹੈ, ਘੱਟ ਗਿਣਤੀ ਦੇ ਵਾਸਤੇ ਵੱਖਰਾ ਹੈ, ਕਾਨੂੰਨ ਵੱਖਰਾ ਹੈ, ਫੈਸਲੇ ਵੱਖਰੇ ਨੇ, ਸਜ਼ਾ ਵੱਖਰੀ ਹੈ, ਤਾਂ ਕੁਦਰਤੀ ਹੈ ਕਿ ਜਦੋਂ ਕਿਸੇ ਸਿੱਖ ਦੇ ਨਾਲ ਇਸ ਰੂਪ 'ਚ ਵਧੀਕੀ ਹੁੰਦੀ ਹੈ ਤਾਂ ਸਮੁੱਚੀ ਸਿੱਖ ਮਾਨਸਿਕਤਾ ਦੇ ਵਿੱਚ ਉਹ ਜਿਹੜਾ ਰੋਹ ਜਨਮ ਲੈਂਦਾ ਹੈ ਇਸ ਸਿਸਟਮ ਦੇ ਖਿਲਾਫ, ਜਿਸ ਸਿਸਟਮ ਦੇ ਵਿੱਚ ਸਾਡੇ ਹੱਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਕਿਉਂ ਸਿੰਘ ਸਾਹਿਬਾਨ ਜੀ? ਜਦੋਂ ਅਸੀਂ ਡੂੰਘੀ ਝਾਤ ਮਾਰ ਕੇ ਵੇਖਦੇ ਹਾਂ ਨਾ, ਸਾਡੇ ਪਰਿਵਾਰਾਂ ਦੇ ਵਿੱਚ ਵੀ ਬੱਚੇ ਬੱਚੀਆਂ ਨੂੰ ਦਰਜਾ ਬਦਰਜਾ ਮਾਨ ਸਨਮਾਨ ਅਧਿਕਾਰ ਮਿਲਦਾ ਵਾ। ਉਹਨਾਂ ਪਰਿਵਾਰਾਂ ਦੇ ਵਿੱਚ ਕਦੇ ਵੀ ਝਗੜਾ ਲੜਾਈ ਨਹੀਂ ਹੁੰਦੀ। ਉਹ ਬਹੁਤ ਪਰਿਵਾਰ ਤਰੱਕੀ ਕਰਦੇ ਨੇ, ਬੁਲੰਦੀਆਂ 'ਤੇ ਪਹੁੰਚਦੇ ਨੇ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਦੋਂ ਪਾਕਿਸਤਾਨ ਦਾ ਬਟਵਾਰਾ ਹੋਇਆ, ਵੱਧ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸ਼ਹੀਦ ਹੋਏ, ਆਪਣੀਆਂ ਜਿਹੜੀਆਂ ਸੰਪਤੀਆਂ ਸੀਗੀਆਂ ਉਹਦਾ ਵੀ ਨੁਕਸਾਨ ਕਰਵਾਇਆ ਔਰ ਜੁੜ ਕੇ ਅੰਗਰੇਜ਼ਾਂ ਨੂੰ ਦੇਸ਼ ਨੂੰ ਆਜ਼ਾਦ ਕਰਨ ਲਈ ਉਹ ਆਪਣੇ ਸਾਰੇ ਤਨ ਮਨ ਧਨ ਕੁਰਬਾਨ ਕੀਤਾ। ਪਰ ਉਹਨਾਂ ਨਾਲ ਜਿਹੜੇ ਕੀਤੇ ਹੋਏ ਵਾਅਦੇ ਸੀਗੇ ਸਾਡੇ ਲੀਡਰਾਂ ਨੇ, ਉਹਨਾਂ ਨੂੰ ਪੂਰਾ ਨਹੀਂ ਕੀਤਾ। ਜੇ ਉਹ ਪੂਰਾ ਕਰ ਦਿੰਦੇ ਤਾਂ ਇਹ ਨੌਜਵਾਨ ਜਿਹੜੀ ਕੌਮ ਸੀਗੀ ਬੜੀ ਸ਼ਹੀਦਾਂ ਦੀ ਜਥੇਬੰਦੀ ਸੀ ਔਰ ਹਰ ਖੇਤਰ ਦੇ ਵਿੱਚ ਕੁਰਬਾਨੀਆਂ ਕਰਨ ਵਾਲੀ ਇਹ ਕੌਮ ਸੀ ਤੇ ਸੰਤੁਸ਼ਟ ਹੋ ਜਾਂਦੀ। ਇਹਨੂੰ ਸੰਤੁਸ਼ਟ ਨਹੀਂ ਕਰ ਸਕੇ, ਪਰ ਫਿਰ ਵੀ ਇਹ ਆਪਣੇ ਨਾਲ ਜੁੜੇ ਰਹੇ ਸਮੁੱਚੇ ਹਿੰਦੁਸਤਾਨ ਦੇ ਨਾਲ, ਸਰਕਾਰ ਨਾਲ। ਕਦੇ ਵੀ ਸਰਕਾਰ ਦੇ ਕੋਈ ਗਦਾਰੀ ਨਹੀਂ ਕੀਤੀ ਇਹਨਾਂ ਨੇ, ਕੋਈ ਨੁਕਸਾਨ ਨਹੀਂ ਕੀਤਾ। ਜਦੋਂ ਵੀ ਸੀਮਾ ਦੇ ਉੱਤੇ ਵੀ ਕੋਈ ਝਗੜੇ ਲੜਾਈਆਂ ਹੋਈਆਂ ਤੇ ਮੂਹਰੇ ਹੋ ਕੇ ਅੱਗੇ ਹੋ ਕੇ ਸ਼ਹੀਦ ਹੋਏ ਨੇ। ਪਰ ਹੁਣ ਇਸ ਸਮੇਂ ਵੀ ਇਹਨਾਂ ਦੇ ਨਾਲ ਵਿਤਕਰੇ ਹੋ ਰਹੇ ਨੇ ਸਾਡੇ ਨਾਲ। 84 ਦੇ ਘੱਲੂ ਘਾਰੇ ਦੇ ਵਿੱਚ ਇੰਨਾ ਤਸ਼ੱਦਦ ਕੀਤਾ ਗਿਆ, ਕੇਵਲ ਪੰਜਾਬ ਵਿੱਚ ਹੀ ਨਹੀਂ ਬਾਹਰਲੇ ਸੂਬਿਆਂ ਵਿੱਚ ਵੀ ਜਿਹੜੇ ਤਸ਼ੱਦਦ ਕਰਨ ਵਾਲੇ ਲੋਕ ਸੀ ਔਰ ਗੁਨਾਹ ਕਰਨ ਵਾਲੇ ਲੋਕ ਸੀ ਔਰ ਕਾਤਲ ਸਨ, ਕਤਲ ਕਰਵਾਉਣ ਵਾਲੇ ਲੋਕ ਸੀ, ਉਹਨਾਂ ਨੂੰ ਬੜੀਆਂ ਬੜੀਆਂ ਪਦਵੀਆਂ ਦਿੱਤੀਆਂ। ਜੇ ਉਹ ਘੁੰਮ ਰਹੇ ਨੇ ਸੁੱਖ ਤੇ ਆਨੰਦ ਦੇ ਨਾਲ। ਪਰ ਸਾਡੇ ਨੌਜਵਾਨ ਬੱਚੇ ਨਾਲ ਜੇ ਕੋਈ ਗੱਲ ਹੋ ਗਈ, ਉਹਨਾਂ ਨੂੰ ਕਾਲ ਕੋਠੜੀਆਂ ਦੇ ਵਿੱਚ ਕਈ ਸਾਲ ਹੋ ਗਿਆ ਅੰਦਰ ਤਸ਼ੱਦਦ ਭੋਗ ਰਹੇ ਨੇ ਆਪਣੀ ਜ਼ਿੰਦਗੀ ਦੁੱਖਾਂ ਤੋਂ ਭਰੀ। ਕੋਈ ਵੀ ਸਾਡੇ ਨਾਲ ਨਿਆਂ ਨਹੀਂ ਹੈ। ਕੇਵਲ ਨਿਆਂ ਜੇ ਹੋਵੇਗਾ ਫਿਰ ਇਹ ਨੌਜਵਾਨ ਬੱਚਿਆਂ ਦੇ ਅੰਦਰ ਸ਼ਾਂਤੀ ਵੀ ਹੋਵੇਗੀ। ਸਾਨੂੰ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਦੇ ਨਾਲ ਸਾਡੇ ਨਾਲ ਨਿਆਂ ਕਰਨ। ਜੇ ਦੂਸਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਵਿਤਕਰੇ ਹੋ ਰਹੇ ਨੇ ਤਾਂ ਕੁਦਰਤੀ ਹੈ ਇਹ ਨੌਜਵਾਨਾਂ ਦੇ ਅੰਦਰ ਸਾਡੇ ਵਿਤਕਰੇ ਬਣੇ ਰਹਿਣਗੇ। ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਜੋ ਸਾਡੇ ਨਾਲ ਸਿਧਾਂਤਕ ਤੌਰ ਤੇ ਜਾਂ ਸਾਡੇ ਨਾਲ ਇੱਕ ਘੱਟ ਗਿਣਤੀ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਦੀ ਬੇਇਨਸਾਫੀ ਕੀਤੀ ਜਾ ਰਹੀ ਹੈ, ਉਹਦੇ ਵਿੱਚੋਂ ਜਿਹੜਾ ਸਿੱਖ ਕੌਮ ਦਾ ਪ੍ਰਤੀਕਰਮ ਹੈ ਉਹ ਇੱਕ ਰੋਹ ਦੇ ਰੂਪ ਦੇ ਵਿੱਚ ਆਇਆ, ਉਸ ਪ੍ਰਕਿਰਿਆ ਦੇ ਰੂਪ ਦੇ ਵਿੱਚ। ਕਿਉਂਕਿ ਜਿਸ ਤਰ੍ਹਾਂ ਸਿੰਘ ਸਾਹਿਬਾਨ ਨੇ ਦੱਸਿਆ, ਚਾਹੇ ਦੇਸ਼ ਆਜ਼ਾਦੀ ਦੀ ਗੱਲ, ਉਸ ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿਣ ਦੀ ਗੱਲ, ਉਸ ਤੋਂ ਬਾਅਦ ਜਦੋਂ ਸਾਰੀ ਜਿਹੜੇ ਹਿੰਦੁਸਤਾਨ ਦੇ ਸੂਬੇ ਨੇ ਉਹਨਾਂ ਦੀ ਵੰਡ ਬੋਲੀ ਦੇ ਆਧਾਰ ਉੱਪਰ ਹੋਈ ਤਾਂ ਪੰਜਾਬ ਨੂੰ ਬੋਲੀ ਆਧਾਰਿਤ ਸੂਬਾ ਲੈਣ ਦੇ ਵਾਸਤੇ ਵੀ ਕੁਰਬਾਨੀਆਂ ਕਰਨੀਆਂ ਪਈਆਂ। ਭਾਵੇਂ ਕਿ ਅਜੇ ਵੀ ਸਾਨੂੰ ਬੋਲੀ ਦੇ ਆਧਾਰ ਤੇ ਪੂਰਾ ਸੂਬਾ ਨਹੀਂ ਮਿਲਿਆ। ਇੱਕ ਐਸਾ
ਸਟੇਟ ਪੰਜਾਬ ਜਿਸ ਦੇ ਵਾਸਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਅਜੇ ਤੱਕ ਰਾਜਧਾਨੀ ਨਾ ਮਿਲ ਸਕੀ, ਉਸ ਦੇ ਬਾਵਜੂਦ ਜੂਨ 84 ਦਾ ਘੱਲੂਘਾਰਾ, ਉਸ ਤੋਂ ਬਾਅਦ ਨਵੰਬਰ 84 ਦਾ ਸਿੱਖ ਕਤਲੇਆਮ, ਜੇਕਰ ਸਮੁੱਚੇ ਰੂਪ ਦੇ ਵਿੱਚ ਅਸੀਂ ਅਧਿਐਨ ਕਰਦੇ ਹਾਂ ਤਾਂ ਆ ਜਾ ਕੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਹਰ ਥਾਂ ਦੇ ਉੱਪਰ ਜਦੋਂ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ, ਫਿਰ ਕਿਤੇ ਨਾ ਕਿਤੇ ਜਿਹੜੀ ਸਿੱਖ ਮਾਨਸਿਕਤਾ ਹੈ, ਜਿਹੜੀ ਸੁਹਿਰਦਤਾ ਦੇ ਨਾਲ ਕੌਮ ਨਾਲ ਹੋ ਰਹੇ ਸਾਰੇ ਧੱਕਿਆਂ ਨੂੰ, ਅਨਿਆਂ ਨੂੰ, ਬੇਇਨਸਾਫੀ ਨੂੰ ਬੜੀ ਚਿੰਤਨ ਦੇ ਨਾਲ, ਉਹ ਸੰਜੀਦਗੀ ਦੇ ਨਾਲ ਜਦੋਂ ਉਹ ਸੋਚ ਰਹੀ ਹੁੰਦੀ ਹੈ ਤਾਂ ਉਸ ਮਾਨਸਿਕਤਾ ਦੇ ਵਿੱਚੋਂ ਸਿੰਘ ਸਾਹਿਬ ਫਿਰ ਬਲਵੰਤ ਸਿੰਘ ਰਾਜੋਆਣਾ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਉਹੀ ਪ੍ਰਗਟ ਹੁੰਦੀਆਂ ਮੇਰੇ ਖਿਆਲ ਦੇ ਨਾਲ ਉਸ ਮਾਨਸਿਕਤਾ ਦੇ ਵਿੱਚੋਂ। ਤੇ ਅੱਜ ਜਦੋਂ ਅਸੀਂ ਇਸ ਮੋੜ ਤੇ ਪਹੁੰਚੇ ਹਾਂ ਕਿ ਸਮੁੱਚਾ ਸਿੱਖ ਕੌਮ ਜਿਹੜੀ ਹੈ ਜਾਂ ਸਮੁੱਚਾ ਪੰਥ ਇਸ ਬੇਇਨਸਾਫੀ ਦੇ ਖਿਲਾਫ ਬੜੀ ਇਕੱਠਤਾ ਦਾ ਪ੍ਰਗਟਾਵਾ ਕਰ ਰਿਹਾ ਸੀ, ਉਸ ਵੇਲੇ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਨਾਲ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ, ਇਹਦੇ ਵਿੱਚੋਂ ਇੱਕ ਗੱਲ ਤਾਂ ਸਾਹਮਣੇ ਆ ਜਾਂਦੀ ਹੈ ਕਿ ਜੇਕਰ ਪੰਜਾਬ ਦਾ ਨੌਜਵਾਨ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਤੇ ਦੂਜੇ ਬੰਨੇ ਇੱਕ ਉਹ ਧਿਰ ਹੈ ਜਿਹੜਾ ਪੰਜਾਬ ਦੇ ਨੌਜਵਾਨ ਦਾ ਲਹੂ ਵਗਦਾ ਜਿਹੜਾ ਵੇਖਣਾ ਚਾਹੁੰਦੀ ਹੈ। ਜਦੋਂ ਕੋਈ ਸਮੁੱਚੇ ਮਸਲੇ ਪੰਜਾਬ ਦੇ ਉੱਠਦੇ ਨੇ, ਸਾਡੀ ਜਿਹੜੀ ਸਰਕਾਰ ਵੀ ਹੈ ਉਹ ਨਾਲ ਹੋ ਕੇ, ਮੂਹਰੇ ਹੋ ਕੇ ਹੁੰਦੀ ਹੈ ਹਰ ਮਸਲੇ ਦੇ ਵਿੱਚ, ਕੋਈ ਪਿੱਛੇ ਨਹੀਂ ਰਹਿੰਦੇ। ਪਰ ਜਦੋਂ ਸਰਦਾਰ ਬਲਵੰਤ ਸਿੰਘ ਦਾ ਮਸਲਾ ਸਾਡੇ ਸਾਹਮਣੇ ਆਇਆ, ਸਮੁੱਚੀ ਕੌਮ, ਬਾਹਰਲੇ ਦੇਸ਼ਾਂ ਦੇ ਸਿੱਖ ਇਕੱਠੇ ਹੋ ਕੇ ਬੁਲੰਦ ਆਵਾਜ਼ ਉਹਨਾਂ ਨੇ ਉਠਾਈ ਹੈ ਕਿ ਉਹਨਾਂ ਨੂੰ ਆ ਫਾਂਸੀ ਦੀ ਗੱਲ ਹੈ ਚੱਲੀ ਵੀ ਉਹਨੂੰ ਫਾਂਸੀ। ਮੈਂ ਕਹਿੰਦਾ 17 ਸਾਲ ਉਹਨਾਂ ਨੇ ਅੰਦਰ ਕਾਲ-ਕੋਠੜੀ ਦੇ ਵਿੱਚ ਤਸ਼ੱਦਦ ਆਪਣਾ ਭੋਗ ਲਿਆ, ਬਿਨਾਂ ਸ਼ਰਤ ਤੋਂ ਉਹਨਾਂ ਨੂੰ ਰਿਹਾ ਕਰਨਾ, ਇਹ ਇੱਕ ਬਹੁਤ ਵੱਡੀ ਆਪਣੇ ਉਦਾਰਤਾ ਦਿਖਾਉਣੀ ਚਾਹੀਦੀ ਹੈ ਸਰਕਾਰ ਨੂੰ। ਕੇਵਲ ਉਹਨਾਂ ਲਈ ਨਹੀਂ, ਬਹੁਤ ਸਾਰੇ ਹੋਰ ਵੀ ਬੱਚੇ, ਨੌਜਵਾਨ ਜੇਲ੍ਹਾਂ ਵਿੱਚ ਜਿਹੜੇ ਰੁਲ ਰਹੇ ਨੇ, ਜਿਨ੍ਹਾਂ ਦੇ ਕਈ ਸਾਲ ਉਹਨਾਂ ਨੂੰ ਅੰਦਰ ਹੋ ਗਏ, ਕੋਈ ਕੇਸ ਉਹਨਾਂ ਦੇ ਚਲਾਏ ਵੀ ਨਹੀਂ, ਅੰਦਰ ਹੀ ਉਹ ਭੋਗ ਰਹੇ ਨੇ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਬਿਨਾਂ ਸ਼ਰਤ ਤੋਂ। ਆ ਜੰਮੂ ਕਸ਼ਮੀਰ ਦੀਆਂ ਗੱਲਾਂ ਜਦੋਂ ਚੱਲਦੀਆਂ ਕਹਿੰਦੇ ਨੇ ਉਹਨਾਂ ਨੌਜਵਾਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ। ਮੈਂ ਕਹਿੰਦਾ ਇਹ ਨੌਜਵਾਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਕੇ ਆਪਣੀ ਗੱਲ ਬੁੱਕਲ 'ਚ ਲੈਣ। ਇਹਨਾਂ ਬੱਚਿਆਂ ਨੂੰ ਮੁੱਖ ਧਾਰਾ ਦੇ ਵਿੱਚ, ਇਹ ਪੰਜਾਬ ਲਈ ਜਿਹੜੇ ਅੱਗ ਲਾਉਣ ਵਾਲੇ ਲੋਕ ਨੇ ਉਹਨਾਂ ਨੂੰ ਚੇਤਾਵਨੀ ਮੈਂ ਦਿੰਦਾ, ਇਹ ਜਿਹੜੇ ਹੁਣ ਵੀ ਹੋਈ ਆ, ਅਸੀਂ ਅੱਗ ਨਹੀਂ ਲਾਉਂਦੇ, ਨੌਜਵਾਨ ਅੱਗ ਨਹੀਂ ਲਾਉਂਦੇ, ਉਹ ਲੋਕ ਅੱਗ ਲਾਉਂਦੇ ਨੇ, ਇਹ ਪੰਜਾਬ ਨੂੰ ਵਸਦੇ ਨੂੰ ਰਹਿਣਾ ਨਹੀਂ ਚਾਹੁਣ ਦਿੰਦੇ। ਉਹਨਾਂ ਨੂੰ ਵੀ ਬਹੁਤ ਸਾਵਧਾਨੀ ਦੇ ਨਾਲ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਉਹਨਾਂ ਲੋਕਾਂ ਦੇ ਜਿਹੜੇ ਇਸ ਤਰ੍ਹਾਂ ਦੇ ਤਸ਼ੱਦਦ ਕਰਨਾ ਚਾਹੁੰਦੇ ਨੇ। ਵਿਦਾਂਤੀ ਸਾਹਿਬ ਨੇ ਕਾਫੀ ਸਪਸ਼ਟ ਗੱਲ ਕਰਤੀ ਵੀ ਜਿਹੜੇ ਅੱਗ ਲਾਉਣ ਵਾਲੇ ਲੋਕ ਹੈਗੇ ਉਹ ਅਸੀਂ ਥੋੜ੍ਹੇ ਦਿਨਾਂ 'ਚ ਦੇਖਿਆ, ਸ਼ਿਵ ਸੈਨਾ ਦੀ ਉੱਥੇ ਉਹਨਾਂ ਦੀ ਪਾਰਟੀ ਦੇ ਬੰਦੇ ਇਕੱਠ ਹੋ ਕੇ ਸਿੱਖਾਂ ਨੂੰ ਨਹੀਂ ਭੁਰ ਕੇ ਪ੍ਰਵੋਕ ਕਰਕੇ ਪੀਸਫੁਲ ਮੋਰਚਾ ਕੀਤਾ, ਉਹਦੇ ਵਿੱਚ ਸ਼ਹਾਦਤ ਜਸਪਾਲ ਸਿੰਘ 18 ਸਾਲਾ ਮੁੰਡੇ ਨੇ ਸ਼ਹਾਦਤ ਪ੍ਰਾਪਤ ਕੀਤੀ। ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦੱਸੋ, ਤਾਂ ਉਸ ਸ਼ਹਾਦਤ ਬਾਰੇ ਵੀ ਦੱਸੋ ਵੀ ਜਿਹੜੇ ਸ਼ਹਾਦਤ ਦੇਣ ਵਾਲੇ ਮੂਹਰੇ ਆਉਂਦੇ ਹੁੰਦੇ ਹਮੇਸ਼ਾ ਹੁੰਦੇ ਗਰੀਬ ਪਰਿਵਾਰਾਂ ਤੋਂ, ਸਿੰਪਲ ਆਮ ਸਿੱਖਾਂ 'ਚੋਂ ਕੋਈ ਲੀਡਰ ਨਹੀਂ ਸ਼ਹਾਦਤ ਦੇਣ ਨੂੰ ਤਿਆਰ ਹੁੰਦਾ। ਸ਼ਹਾਦਤ ਤਾਂ ਸਿੱਖ ਕੌਮ ਦੇਣ ਨੂੰ ਤਿਆਰ ਰਹਿੰਦੀ ਆ। ਉਹ ਸ਼ਹਾਦਤ ਦਾ ਕੀ ਅਸਰ ਤੁਹਾਡੇ ਤੇ ਕੀ ਅਸਰ ਆ ਉਹ ਸ਼ਹਾਦਤ ਦਾ ਜਸਪਾਲ ਸਿੰਘ ਦਾ ਗੁਰਦਾਸਪੁਰ? ਵੇਖੋ, ਜਿਹੜੇ ਸ਼ਹਾਦਤ ਦੇ ਅਸਰ ਹੁੰਦੇ ਨੇ ਕਿਸੇ ਇਕੱਲੇ ਮਨੁੱਖ ਤੇ ਨਹੀਂ ਹੁੰਦੇ, ਇਹ ਕੋਈ ਵਿਅਕਤੀਗਤ ਅਸਰ ਨਹੀਂ ਹੁੰਦਾ। ਸ਼ਹਾਦਤ ਦਾ ਅਸਰ ਸਮੁੱਚੀ ਕੌਮ ਤੇ ਹੁੰਦਾ ਹੈ। ਔਰ ਜਿਹੜੀ ਸਿੱਖ ਧਰਮ ਹੈ ਉਹਦੀ ਇੱਕ ਧਾਰਮਿਕ ਮਾਨਤਾ ਬਣ ਚੁੱਕੀ ਹੈ ਕਿ ਜਿਹੜੀ ਸ਼ਹੀਦ ਦੀ ਮੌਤ ਹੈ ਉਹ ਕੌਮ ਦੀ ਜ਼ਿੰਦਗੀ ਹੁੰਦੀ ਹੈ। ਜਿਸ ਤਰ੍ਹਾਂ ਕਿ ਕਈ ਅਦੀਬ ਜਿਹੜੇ ਨੇ ਉਹਨਾਂ ਨੇ ਬੜੀ ਸ਼ਾਇਰੀ ਦੇ ਰੂਪ 'ਚ ਵੀ ਗੱਲ ਕੀਤੀ ਹੈ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਜਿਸੋਂ ਤੱਕ ਸਰਦਾਰ ਜਸਪਾਲ ਸਿੰਘ ਹੁਣਾਂ ਦੀ ਸ਼ਹਾਦਤ ਦਾ ਮਸਲਾ ਹੈ ਤਾਂ ਮੈਨੂੰ ਬਾਰ-ਬਾਰ ਸਿੰਘ ਸਾਹਿਬ ਸ਼ਬਦ ਯਾਦ ਆਉਂਦੇ ਨੇ ਉਸ ਦੀ ਭੈਣ ਦੇ, ਜਦੋਂ ਕੁਝ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਭਰਾ ਦੀ ਮੌਤ ਕਿਸ ਤਰ੍ਹਾਂ ਹੋਈ ਤੇ ਕਹਿੰਦੀ ਮੇਰੇ ਭਰਾ ਨੂੰ ਸ਼ਹੀਦ ਆਖੋ, ਮੌਤ ਨਾ ਆਖੋ। ਉਹ ਜਿਹੜੇ ਭਾਵ ਜਨਮ ਲੈ ਰਹੇ ਨੇ, ਮੇਰੇ ਖਿਆਲ ਦੇ ਨਾਲ ਸ਼ਹਾਦਤ ਵੀ ਇੱਕ ਐਸਾ ਕਹਿ ਸਕਦੇ ਹਾਂ ਕਿ ਅਜ਼ੀਮ ਰੁਤਬਾ ਹੈ ਜਿਹੜਾ ਮੰਗਿਆ ਨਹੀਂ ਮਿਲਦਾ, ਇਹ ਪਰਮਾਤਮਾ ਵੱਲੋਂ ਝੋਲੀ 'ਚ ਪਾਇਆ ਜਾਂਦਾ ਹੈ। ਮੈਨੂੰ ਇੰਝ ਹੀ ਲੱਗਦਾ ਕਿ ਜਿਵੇਂ ਇੱਕ ਇਵੇਂ ਦਾ ਕੁਦਰਤੀ ਵਰਤਾਰਾ ਹੈ ਕਿ ਜਿਵੇਂ ਪਰਮ ਪਿਆਲਾ ਖਸਮ ਕਾ ਜਿਸ ਭਾਵੇ ਤਿਸ ਦੇ। ਸ਼ਹਾਦਤ ਦੇਣ ਵਾਲਾ ਮਨੁੱਖ ਵੀ ਸ਼ਾਇਦ ਉਹ ਹੁੰਦਾ ਹੈ ਜਿਸ ਦੇ ਉੱਪਰ ਪਰਮਾਤਮਾ ਦੀ ਬਹੁਤ ਕਿਰਪਾ ਹੁੰਦੀ ਹੈ। ਤਾਂ ਜਸਪਾਲ ਸਿੰਘ ਦੀ ਜਿਹੜੀ ਸ਼ਹਾਦਤ ਹੈ, ਮੇਰੇ ਖਿਆਲ ਦੇ ਨਾਲ ਇਹ ਸ਼ਹਾਦਤ ਇਸ ਮੌਕੇ ਦੇ ਵਿੱਚ ਜਾਂ ਇਸ ਲੜੀਬੱਧਤਾ 'ਚ ਵੇਖਿਆ ਜਾਵੇ ਤਾਂ ਬਿਲਕੁਲ ਉਵੇਂ ਦੀ ਸ਼ਹਾਦਤ ਹੈ ਜਿਵੇਂ ਕਦੀ ਸਰਦਾਰ ਕੁਲਵੰਤ ਸਿੰਘ ਨਾਗੋਕੇ ਨੂੰ ਇਸ ਸਰਕਾਰ ਦੇ ਵੱਲੋਂ ਸ਼ਹੀਦ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਬਿਲਕੁਲ ਇਸ ਮੋੜ ਤੇ ਆ ਕੇ ਅਸੀਂ ਖਲੋ ਗਏ ਕਿ ਜਦੋਂ ਵੀ ਸਿੱਖ ਕੌਮ ਆਪਣੇ ਹੱਕਾਂ ਦੀ ਲੜਾਈ ਦੀ ਗੱਲ ਕਰਦੀ ਹੈ, ਆਪਣੇ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਦੀ ਹੈ, ਤਾਂ ਉਹਦੇ ਵਿੱਚੋਂ ਪੰਜਾਬ ਦੇ ਕੁਝ ਇਹੋ ਜਿਹੇ ਤੱਤ ਉੱਭਰ ਕੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੀ ਬੇਸ਼ੱਕ ਸਿੱਧੇ ਤੌਰ ਤੇ ਸਾਡੇ ਨਾਲ ਕੋਈ ਲੜਾਈ ਨਹੀਂ ਹੁੰਦੀ, ਪਰ ਆ ਜਾ ਕੇ ਉਹ ਇਸ ਲੜਾਈ ਨੂੰ ਇੱਕ ਧਾਰਮਿਕ
ਲੜਾਈ ਬਣਾਉਂਦੇ ਨੇ, ਉਸ ਲੜਾਈ ਦੇ ਵਿੱਚੋਂ ਜਾਂ ਉਸ ਧਾਰਮਿਕ ਤਵੱਸਬ ਦੇ ਵਿੱਚੋਂ ਜਿਹੜਾ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਦਾ, ਉਹਦੇ ਵਿੱਚੋਂ ਸਰਦਾਰ ਜਸਪਾਲ ਸਿੰਘ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਸ਼ਹਾਦਤਾਂ ਪ੍ਰਗਟ ਹੁੰਦੀਆਂ ਨੇ, ਕਿਉਂਕਿ ਉਹ ਕਿਤੇ ਨਾ ਕਿਤੇ ਸਿੱਖਾਂ ਦੀ ਉਸ ਮਾਨਸਿਕਤਾ ਦੇ ਅਲੰਬਰਦਾਰ ਹੁੰਦੇ ਨੇ, ਉਸ ਮਾਨਸਿਕਤਾ ਦੇ ਉਹ ਪਹਿਰੇਦਾਰ ਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਬੇਇਨਸਾਫੀ ਔਰ ਧੱਕਾ ਹੋ ਰਿਹਾ ਹੈ। ਤੇ ਸੋ ਜਸਪਾਲ ਸਿੰਘ ਦੀ ਜਿਹੜੀ ਸ਼ਹਾਦਤ ਹੈ, ਇਸ ਮੋੜ ਦੇ ਉੱਪਰ ਮੈਂ ਸੋਚਦਾ ਹੈ ਕਿ ਇੱਕ ਕੌਮ ਦੀ ਅਜ਼ੀਮ ਸ਼ਹਾਦਤ ਹੈ ਕਿ ਉਸ ਨੌਜਵਾਨ ਨੇ 18 ਸਾਲ ਦੀ ਚੜ੍ਹਦੀ ਉਮਰੇ ਇਸ ਭਾਰਤੀ ਸਰਕਾਰ ਦੇ ਤਸ਼ੱਦਦ ਨੂੰ ਆਪਣੇ ਪਿੰਡੇ ਦੇ ਉੱਪਰ ਸਹਿਆ। ਇਹ ਗੱਲ, ਕਈ ਗੱਲਾਂ ਜਦੋਂ ਅਸੀਂ ਵੇਖਦੇ ਹਾਂ ਨਾ, ਘਟਨਾਵਾਂ ਵਾਪਰਦੀਆਂ ਨੇ, ਉਹ ਇੱਕ ਸਿਧਾਂਤ ਦੇ ਉੱਤੇ ਹੀ ਉਹ ਨੌਜਵਾਨ ਪਹਿਰਾ ਦਿੰਦੇ ਨੇ। ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ, ਚੁਣ ਚੁਣ ਛੱਤਰ ਹਮਾਰੇ ਮਾਰੇ, ਹਮ ਏਕ ਜਗਤ ਮੁਆਏ ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਪਸਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ। ਭਾਈ ਬਲਵੰਤ ਸਿੰਘ ਨੇ ਕਿਹਾ, ਮੇਰਾ ਕਿਸੇ ਨਾਲ ਵੈਰ ਨਹੀਂ ਸੀ, ਨਾ ਕਿਸੇ ਨਾਲ ਵੈਰ ਹੈ, ਨਾ ਮੈਂ ਵੈਰ ਕਿਸੇ ਨਾਲ ਪਾਇਆ ਨਾ ਪਾਉਣਾ, ਪਰ ਜਿਹੜੇ ਬੰਦਿਆਂ ਨੇ ਦੁਸ਼ਟਤਾਈ ਕਰਕੇ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਅਨੇਕਾਂ ਨੌਜਵਾਨ ਬੰਦਿਆਂ ਨੂੰ ਮੌਤ ਦੇ ਘਾਟ ਚੜਾਇਆ, ਉਹਨਾਂ ਬੰਦਿਆਂ ਨੂੰ ਮਾਰਨਾ ਤਾਂ ਸਾਡਾ ਇੱਕ ਧਰਮ ਹੀ ਆ। ਉਸ ਧਰਮ ਦੇ ਉੱਤੇ ਪਹਿਰਾ ਦੇਣ ਵਾਲੇ ਨੌਜਵਾਨ ਹਮੇਸ਼ਾ ਦਿੰਦੇ ਰਹਿਣਗੇ। ਅਸੀਂ ਕਿਸੇ ਗਰੀਬ ਦੇ ਉੱਤੇ, ਕਿਸੇ ਮਜਬੂਰ ਦੇ ਉੱਤੇ, ਜਿਹੜਾ ਬੇਹਥਿਆਰ ਬੰਦਾ ਵਾ, ਉਹਦੇ ਤੇ ਕਦੇ ਵੀ ਵਾਰ ਨਹੀਂ ਕਰੇਗਾ ਸਿੱਖ ਜਦੋਂ ਵੀ ਕਰੇਗਾ, ਸਿੱਖ ਦੀ ਨਿਸ਼ਾਨੀ ਇਹੀ ਹੈ, ਜਿਹੜਾ ਜ਼ਾਲਮ ਹੈ ਉਹਨੂੰ ਸੋਧਣਾ ਸਾਡਾ ਧਰਮ ਹੀ ਬਣਦਾ। ਸਮੇਂ ਦੇ ਨਾਲ, ਪਿਛਲੇ ਸਮੇਂ ਦੇ ਵਿੱਚ ਵੀ ਇਹ ਹੁਣ ਇਤਿਹਾਸ ਦਿਖਾਇਆ ਵਾ ਨੌਜਵਾਨਾਂ ਨੇ ਵੀ ਜਿਹੜੇ ਦੁਸ਼ਟ ਦੋਖੀ ਆ ਉਹਨੂੰ ਪਕੜ ਕੇ ਪਛਾਣਨਾ ਹੀ ਪਛਾਣਨਾ। ਇਹ ਕੋਈ ਗੁਨਾਹ ਨਹੀਂ, ਪਾਪ ਨਹੀਂ ਹੈ, ਇਹ ਸਾਡਾ ਇੱਕ ਫਰਜ਼ ਹੈ। ਪਰ ਇਹ ਜਿਹੜੇ ਲੋਕ ਅਜੇ ਵੀ ਇਸ ਗੱਲ ਨੂੰ ਤਰਜੀਹ ਦਿੰਦੇ ਨੇ ਕਿ ਜਿਹੜੇ ਬੰਦਿਆਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਵੱਡੀ ਵੱਡੀਆਂ ਪਦਵੀਆਂ ਇੱਥੇ ਘੁੰਮਦੇ ਫਿਰਦੇ ਨੇ, ਉਹਨਾਂ ਦਾ ਮਾਣ ਸਨਮਾਨ ਦੇ ਰਹੇ ਨੇ ਲੋਕ, ਉਹਨਾਂ ਨੂੰ ਪਦਵੀਆਂ ਤੇ ਬਿਠਾ ਕੇ ਵੱਡੇ ਵੱਡੇ ਰੁਤਬੇ ਦੇ ਰਹੇ ਨੇ। ਪਰ ਸਾਡੇ ਨੌਜਵਾਨ ਜਿਹੜੇ ਨੇ, ਜਿਹੜਾ ਕਈ ਸਾਲ ਹੋ ਗਏ ਨੇ ਉਹਨਾਂ ਨੂੰ ਤਸ਼ੱਦਦ ਵਿਚਾਰਿਆਂ ਨੂੰ ਸਹਾਰਦਿਆਂ ਨੂੰ, ਇਹ ਸਾਡੇ ਨਾਲ ਅਨਿਆਂ ਨਹੀਂ ਹੈ। ਅਨਿਆਂ ਦੇ ਵਿਰੁੱਧ ਫਿਰ ਨੌਜਵਾਨਾਂ ਨੇ ਹਥਿਆਰ ਚੁੱਕਣੇ ਨੇ, ਇਹਨੂੰ ਕੋਈ ਰੋਕ ਨਹੀਂ ਸਕਦਾ। ਸੋ ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੇ ਫਾਂਸੀ ਦੇ ਤਖਤੇ ਉੱਪਰ ਖਲੋ ਕੇ ਉਸ ਭਾਰਤੀ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਇਨਸਾਫ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕੀਤੀ ਹੈ, ਉਸ ਬੁਲੰਦ ਹੋਈ ਆਵਾਜ਼ ਦੇ ਵਿੱਚੋਂ ਜਿਹੜਾ ਕੌਮੀਅਤ ਦਾ ਰੋਹ ਪ੍ਰਗਟ ਹੋਇਆ, ਉਸ ਰੋਹ ਦੇ ਖਿਲਾਫ ਜਿਸ ਤਰ੍ਹਾਂ ਦੀਆਂ ਵਿਪਰਵਾਦੀ ਸੁਰਾਂ ਪੰਜਾਬ 'ਚ ਉੱਠੀਆਂ, ਜਿਹੜੀਆਂ ਕਿ ਸਰਦਾਰ ਜਸਪਾਲ ਸਿੰਘ ਦੀ ਸ਼ਹਾਦਤ ਦਾ ਕਾਰਨ ਬਣੀਆਂ, ਉਹ ਕੌਮ ਦੇ ਵਾਸਤੇ ਇੱਕ ਅਤ ਦੁਖਦਾਈ ਘਟਨਾ ਵੀ ਹੈ ਔਰ ਇਹ ਕੌਮ ਦੇ ਵਾਸਤੇ ਇੱਕ ਅਜੀਮ ਸ਼ਹਾਦਤ ਵੀ ਹੈ। वेदांती साहब ने काफ़ी जोश ਨਾਲ, काफ़ी क्लैरिटी ਨਾਲ ਵਿਚਾਰ ਦਿੱਤੇ ਆ ਡਬਲ ਸਟੈਂਡਰਡਸ ਬਾਰੇ। ਡਬਲ ਸਟੈਂਡਰਡਸ ਵੀ ਸਿੱਖਣ ਲਈ ਇੱਕ ਕਾਨੂੰਨ ਆ, ਹੋਰ ਦੋਸ਼ੀਆਂ ਲਈ ਇੱਕ ਕਾਨੂੰਨ। ਸਾਰੇ ਜਿਹਨੂੰ ਦੋਸ਼ੀ ਹੋਰ ਕਹਿ ਸਕਦੇ, ਅਸੀਂ ਸਮਝਦੇ ਨਹੀਂ ਦੋਸ਼ੀ। ਉਹਨੇ ਪੰਥ ਦਾ ਕੰਮ ਕੀਤਾ, ਉਹਨੇ ਆਪਣੇ ਲਈ ਕੰਮ ਨਹੀਂ ਕੀਤਾ, ਨਾ ਕੋਈ ਗੁੱਸੇ 'ਚ ਕੰਮ ਕੀਤਾ, ਉਹਨੇ ਪੰਥ ਦਾ ਕੰਮ ਕੀਤਾ ਸੀ। ਜਿਹੜਾ ਉਹਨੇ ਕਤਲਾਮੰਦ ਨੂੰ ਆਪਣੀ ਗੱਡੀ ਗਾਹਾਂ ਚੜਾਇਆ, ਉਹਦਾ ਹੱਲ ਕੀ ਹੋ ਸਕਦਾ? ਹੁਣ ਗਾਹਾਂ ਗੱਲ ਹੋ ਗਈ ਵੀ ਜਿਹੜੇ ਅਸੀਂ ਸਮਝਦੇ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰ ਸਿੰਘ ਜੀ ਬੁੱਲਰ, ਇਹ ਸਾਰੇ ਇਸ ਵੇਲੇ ਜੇਲ੍ਹਾਂ 'ਚ ਗਲਦੇ ਆ। ਇਹਨਾਂ ਦਾ ਸੋਲੂਸ਼ਨ ਕੀ ਹੋ ਸਕਦੀ? ਅਸੀਂ ਸਾਰੇ ਮੰਨਦੇ ਵੀ ਡਬਲ ਸਟੈਂਡਰਡਸ ਆ। ਇੱਕ ਸਟੈਂਡਰਡ ਹੈਗਾ ਹੋਰ ਕੌਮ ਲਈ, ਸਾਡੇ ਲਈ ਹੋਰ ਸਟੈਂਡਰਡ ਆ। ਸਾਡੇ ਬੰਦੇ ਨੇ ਜਿਹੜੇ ਇਹ ਕੰਮ ਕੀਤੇ ਉਹਨਾਂ ਨੂੰ ਕਈ ਸਮਾਂ ਹੋ ਕੇ ਜੇਲ੍ਹ ਦੇ ਵਿੱਚ, ਪਰ ਹਲੇ ਵੀ ਉਹਨਾਂ ਦਾ ਕੋਈ ਸੋਲੂਸ਼ਨ ਇਨਸਾਈਟ ਨਹੀਂ। ਸਾਰੇ ਉਹਨੇ ਗੱਲ ਇਹ ਸਪਸ਼ਟ, ਇਹਦਾ ਤੁਸੀਂ ਹੱਲ ਦੱਸੋ, ਸੋਲੂਸ਼ਨ ਕੀ ਹੋ ਸਕਦਾ? ਤੁਹਾਡੇ ਮਨ 'ਚ ਕੋਈ ਸੋਲੂਸ਼ਨ ਹੈਗਾ ਜੇ ਸਾਨੂੰ ਇਹ ਦਰਦ ਲੈ ਕੇ ਸਾਰੀ ਉਮਰ ਸਾਨੂੰ ਦਰਦ ਲੈ ਕੇ ਚੱਕ ਕੇ ਤੁਰਨਾ ਪੈਣਾ? ਇਹ ਸਾਡੀ ਕਿਸਮਤ, ਮਾੜੀ ਕਿਸਮਤ ਆ। ਵੇਖੋ ਬਾਲ ਸਾਹਿਬ, ਜਿਹੜਾ ਇਹਦਾ ਹੱਲ ਹੈ ਉਹ ਤਾਂ ਸਮੁੱਚੀ ਕੌਮੀਅਤ ਦੇ ਨਜ਼ਰੀਏ ਦੇ ਵਿੱਚ ਪਿਆ ਹੈ। ਇਕੱਲਾ ਮਨੁੱਖ ਤਾਂ ਸ਼ਾਇਦ ਕੋਈ ਵੀ ਹੱਲ ਨਹੀਂ ਦੱਸ ਸਕਦਾ, ਪਰ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਕੌਮ ਨੇ ਇਸ ਮੁੱਦੇ ਉੱਪਰ ਏਕਤਾ ਦਾ, ਇੱਕ ਮੁੱਠਤਾ ਦਾ, ਦ੍ਰਿੜਤਾ ਦਾ ਔਰ ਆਪਣੇ ਦ੍ਰਿੜ ਇਰਾਦਿਆਂ ਦਾ ਪ੍ਰਗਟਾਵਾ ਵਿਖਾਇਆ, ਉਹਦੇ 'ਚ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜੇਕਰ ਅਸੀਂ ਸਮੂਹ ਜਿੰਨੇ ਵੀ ਕੌਮ ਦੇ ਨਜ਼ਰਬੰਦ ਨੇ, ਜਾਂ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ, ਜਾਂ ਇੰਨੀਆਂ ਲੰਬੇ ਸਮੇਂ ਤੋਂ ਜਿਹੜੇ ਕਾਲ ਕੋਠੜੀਆਂ ਦੇ ਵਿੱਚ ਬੰਦ ਨੇ, ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਜਿਨ੍ਹਾਂ ਨੂੰ ਇਸ ਹੁਕਮਰਾਨੀ ਤਸ਼ੱਦਦ ਨੇ ਮਾਨਸਿਕ ਤੌਰ ਤੇ ਹੀਣਾ ਕਰ ਦਿੱਤਾ ਹੈ, ਦਿਲ ਕਰਦਾ ਹੈ ਸਾਡਾ ਕੌਮ ਦਾ ਮੇਰੇ ਖਿਆਲ ਦੇ ਨਾਲ ਕਿ ਉਹ ਸਾਰੇ ਨੌਜਵਾਨ ਬਾਹਰ ਆਉਣ। ਤੇ ਜੇਕਰ ਕੌਮ ਦੇ ਵਿੱਚ ਇਹਨਾਂ ਮੁੱਦਿਆਂ ਉੱਪਰ ਇੰਨੀ ਹੀ ਇਕਮੁੱਠਤਾ ਰਵੇ, ਇੰਨੀ ਹੀ ਦ੍ਰਿੜਤਾ ਰਵੇ, ਇੰਨੀ ਹੀ ਏਕਤਾ ਰਵੇ, ਤਾਂ ਸਾਨੂੰ ਕੌਮ ਦੇ ਸਮੁੱਚੇ ਨੌਜਵਾਨ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਹੱਕਾਂ ਦੇ ਵਾਸਤੇ ਲੜੇ, ਉਹਨਾਂ ਦੀ ਰਿਹਾਈ ਦੇ ਵਾਸਤੇ ਕੌਮ ਨੂੰ ਸਾਂਝੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ। ਬਿਲਕੁਲ ਇਹੀ ਗੱਲ ਹੋਣੀ ਚਾਹੀਦੀ ਆ।
ਇਹਨਾਂ ਨੌਜਵਾਨਾਂ ਨੂੰ ਆਪਣੇ ਵਿਸ਼ਵਾਸ ਵਿੱਚ ਲਓ। ਜਿਤਨੇ ਨੌਜਵਾਨ ਹੈ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਜੇਲ੍ਹਾਂ ਦੇ ਵਿੱਚੋਂ ਰਿਹਾ ਕਰ ਦੇਣਾ ਕਰਵਾਉਣਾ ਚਾਹੀਦਾ। ਸਰਕਾਰ ਦੀ ਇਹ ਫਰਜ਼ ਬਣਦਾ ਵਾ। ਉਹਨਾਂ ਨੂੰ ਫਿਰ ਪਿਆਰ ਦੇ ਨਾਲ ਉਹਨਾਂ ਨੂੰ ਕੋਈ ਚਾਅ ਨਹੀਂ ਹੈਗਾ ਹਥਿਆਰ ਚੁੱਕਣ ਦਾ। ਇਹ ਲੋਕ ਮਜਬੂਰ ਕਰਦੇ ਨੇ, ਫਿਰ ਹਥਿਆਰ ਚੁੱਕਦੇ ਨੇ। ਅਸੀਂ ਕਹਿੰਦੇ ਇਹ ਬਹੁਤ ਚੰਗੀ ਵੀ ਗੱਲ ਨਹੀਂ। ਜੇ ਸ਼ਾਂਤੀ ਚਾਹੁੰਦੇ ਹੋ, ਜਿਹੜੇ ਲੋਕ ਨੇ ਸਮੁੱਚੇ ਹਿੰਦੁਸਤਾਨ ਦੇ ਉਹ ਗਦਾਰ ਨੇ, ਪੰਜਾਬ ਦੇ ਵੀ ਗਦਾਰ ਨੇ, ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਪੰਜਾਬ ਦਾ ਸੁਨਹਿਰੀ ਇਤਿਹਾਸ ਜਿਹੜਾ ਉਹਨੂੰ ਅੱਗ ਲਾਉਣਾ ਚਾਹੁੰਦੇ ਨੇ ਲੋਕ। ਉਹਨਾਂ ਨੂੰ ਨੱਥ ਪਾਵੇ ਸਰਕਾਰ। ਨੌਜਵਾਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਕੇ ਆਪਣੀ ਗੱਲ ਬੱਕੜੀ ਵਿੱਚ ਲੈਣ, ਮੁੱਖ ਧਾਰਾ ਵਿੱਚ ਲਿਆ ਕੇ ਨੌਜਵਾਨਾਂ ਨੂੰ ਕੋਈ ਚੰਗੇ ਵਧੀਆ ਰੁਜ਼ਗਾਰ ਦੇਣ। ਇਹਨਾਂ ਨੂੰ ਵਿਦਿਆ ਅਦਾਰਿਆਂ ਦੇ ਵਿੱਚ ਚੰਗੇ ਸੋਹਣੇ ਮੌਕੇ ਦੇਣ ਤੇ ਪੰਜਾਬ ਖੁਸ਼ਹਾਲ ਹੋ ਸਕਦਾ ਹੈ, ਪੰਜਾਬ ਵਿੱਚ ਸ਼ਾਂਤੀ ਹੋ ਸਕਦੀ ਹੈ। ਸਾਰੇ ਚਾਹੁੰਦੇ ਨੇ, ਕੌਣ ਨਹੀਂ ਚਾਹੁੰਦਾ ਪੰਜਾਬ ਵਿੱਚ ਸ਼ਾਂਤੀ ਹੋਵੇ। ਹਰ ਬੰਦਾ, ਗਰੀਬ ਅਮੀਰ, ਹਰ ਚਾਹੁੰਦਾ ਵਾ। ਆਸਤਕ ਹੋਵੇ ਕੋਈ ਨਾਸਤਕ ਹੋਵੇ, ਪੰਜਾਬ ਵਿੱਚ ਸ਼ਾਂਤੀ ਚਾਹੁੰਦਾ। ਅਸੀਂ ਵੀ ਸ਼ਾਂਤੀ ਦੇ ਹਾਮੀ ਹਾਂ ਔਰ ਸ਼ਾਂਤੀ ਹੋਣੀ ਚਾਹੀਦੀ ਹੈ। ਪਰ ਇਹ ਲੋਕ ਜਿਹੜੇ ਨੇ ਇਹਨਾਂ ਤੋਂ ਧਿਆਨ ਰੱਖੋ, ਇਹ ਸ਼ਾਂਤੀ ਨਹੀਂ ਚਾਹੁੰਦੇ। ਬਿਲਕੁਲ, ਜਿਸ ਤਰ੍ਹਾਂ ਸਿੰਘ ਸਾਹਿਬਾਨ ਨੇ ਕਿਹਾ ਕਿ ਜੇਕਰ ਇਸ ਮੁੱਦੇ ਦੇ ਹੱਲ ਵੱਲ ਵੇਖਣਾ ਹੋਵੇ ਤੇ ਅਸੀਂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਨੀ ਹੋਵੇ ਤਾਂ ਸਰਕਾਰ ਦੇ ਕੋਲ ਬਹੁਤ ਹੀਲੇ ਹੁੰਦੇ ਨੇ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਨੌਜਵਾਨੀ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁੱਖ ਧਾਰਾ ਦਾ ਦਰਵਾਜ਼ਾ ਖੋਲ੍ਹ ਕੇ ਸੰਤੁਸ਼ਟ ਕੀਤਾ ਜਾਂਦਾ ਹੈ। ਪਰ ਜਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਨੂੰ ਬਾਰ-ਬਾਰ ਉਤੇਜਿਤ ਕੀਤਾ ਜਾਂਦਾ ਅਨਿਆਂ ਦੇ ਨਾਲ, ਬੇਇਨਸਾਫੀ ਦੇ ਨਾਲ, ਤਾਂ ਕੁਦਰਤੀ ਹੈ ਕਿ ਜਦੋਂ ਨੌਜਵਾਨ ਦੇ ਕੋਲ ਸਾਰੇ ਹੀਲੇ ਵਸੀਲੇ ਮੁੱਕ ਜਾਂਦੇ ਨੇ ਤਾਂ ਸਾਡੀਆਂ ਧਾਰਮਿਕ ਪਰੰਪਰਾਵਾਂ ਨੇ ਕਿ ਫਿਰ ਜਿਹੜਾ ਸਿੱਖ ਦਾ ਹੱਥ ਹੈ ਸ਼ਮਸ਼ੀਰੇ ਦਸਤ ਹੋ ਜਾਂਦਾ ਹੈ। ਸੋ ਇਸ ਕਰਕੇ ਲੋੜ ਤਾਂ ਹੈ ਕਿ ਦੋਹਾਂ ਪੱਖਾਂ ਨੂੰ ਧਿਆਨ ਦੇ ਨਾਲ ਵਿਚਾਰਨ ਦੀ ਕਿ ਨੌਜਵਾਨ ਹਥਿਆਰ ਚੁੱਕਣ ਨੂੰ ਮਜਬੂਰ ਕਿਉਂ ਹੁੰਦਾ ਹੈ ਤੇ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਦੋਹਰੀ ਨੀਤੀ ਹੈ ਉਹ ਕਿਉਂ ਅਪਣਾਈ ਜਾਂਦੀ ਹੈ। ਇੱਕ ਸਵਾਲ ਸਾਡੇ ਸੀਨੀਅਰ ਵਿਧਾਂਤੀ ਸੱਜਣਾਂ ਨੂੰ, ਜੇ ਇਹ ਹੈਪਨ ਹੋ ਜਾਵੇ, ਜੇ ਕੋਈ ਹੈਪਨ ਹੋ ਜਾਵੇ ਕਿ ਕੱਲ੍ਹ ਨੂੰ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਫਾਂਸੀ ਲੱਗ ਜਾਵੇ, ਪੰਜਾਬ ਦਾ ਕੀ ਹਾਲ ਹੋਊਗਾ? ਤੁਹਾਡਾ ਵਿਚਾਰ ਇਹ 'ਤੇ ਦੱਸੋ। ਜੇ ਕੱਲ੍ਹ ਨੂੰ ਫਾਂਸੀ ਬਾਈ ਚਾਂਸ ਲੱਗ ਗਈ ਬਲਵੰਤ ਸਿੰਘ ਰਾਜੋਆਣਾ ਨੂੰ, ਪੰਜਾਬ ਦਾ ਕੀ ਹਾਲ ਹੋਊਗਾ? ਦੇਖੋ ਵੀ ਜੀ, ਇਹ ਇੱਕ ਕਾਨੂੰਨੀ ਨੁਕਤਾ ਹੈ। ਇਹਦੇ ਭਵਿੱਖ ਦੇ ਬਾਰੇ ਮੇਰੇ ਖਿਆਲ ਦੇ ਨਾਲ ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਕਾਨੂੰਨੀ ਦਾਇਰਿਆਂ ਦੇ ਵਿੱਚ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ। ਜਦੋਂ ਸਿਆਣੇ ਬੰਦਿਆਂ ਦੇ ਵਿੱਚ ਉਦਾਰਤਾ ਹੋਵੇ, ਬੱਚਾ ਬੜਾ ਕੋਈ ਗੁਨਾਹ ਵੀ ਕਰ ਲੈਂਦਾ, ਬਹੁਤ ਪਿਤਾ ਗੱਲ ਆਵੇ, ਪਿਤਾ ਫੇਰ ਵੀ ਉਹਨੂੰ ਆਪਣੀ ਗੱਲ ਨਾਲ ਲਾ ਲੈਂਦਾ। ਬਹੁਤ ਕੁਝ ਕਾਨੂੰਨੀ ਕੋਈ ਜਿਹੜੇ ਕਾਰਜ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਬੰਦੇ ਆਪਣੇ ਕੱਢ ਲੈਂਦੇ ਨੇ ਰਾਹ, ਜਿਨ੍ਹਾਂ ਦੇ ਨਾਲ ਮੁੜ ਕੇ ਚੰਗੇ ਢੰਗ ਦੇ ਨਾਲ ਉਹਦਾ ਵਰਤਾਰਾ ਕੀਤਾ ਜਾ ਸਕਦਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਹੋਰ ਤੁਹਾਨੂੰ ਸਵਾਲ ਪੁੱਛਣਾ ਸੀ, ਜਿਹੜਾ ਹੁਣ ਗਾਹਾਂ ਅਸੀਂ ਸੋਚਣਾ ਆ, ਇਹ ਜਿਹੜੇ ਪੰਥ ਵਿੱਚ ਕਾਫੀ ਅਸ਼ਤਾ ਆਈ ਹੈ ਇਸ ਇਸ਼ੂ 'ਤੇ, ਇਸ ਨੂੰ ਕੀ ਡਾਇਰੈਕਸ਼ਨ ਦੇਣੀ ਚਾਹੀਦੀ ਆ? ਪੰਥ ਵਿੱਚ ਕਾਫੀ ਹੈਗੀ ਆ ਇਹ ਬਲਵੰਤ ਸਿੰਘ ਰਾਜੋਆਣਾ ਖੁਸ਼ ਹੋਵੇ, ਤੁਸੀਂ ਕੀ ਚਾਹੁੰਦੇ ਹੋ ਸਕਦਾ? ਵੇਖੋ ਜੀ, ਇਹ ਫੈਸਲਾ ਸਮੁੱਚੀ ਕੌਮੀਅਤ ਨੇ ਮਿਲ ਕੇ ਕਰਨਾ ਹੈ। ਕੋਈ ਵੀ ਇਕੱਲਾ ਮਨੁੱਖ ਇਸ ਦੇ ਬਾਰੇ ਨਹੀਂ ਕਰ ਸਕਦਾ। ਕੌਮ ਦੇ ਵਿੱਚ ਜਥੇਬੰਦੀਆਂ ਹੁੰਦੀਆਂ ਨੇ, ਸੰਪਰਦਾਵਾਂ ਹੁੰਦੀਆਂ ਨੇ, ਸਭਾ ਸੁਸਾਇਟੀਆਂ ਹੁੰਦੀਆਂ ਨੇ, ਕੌਮ ਦੇ ਨੁਮਾਇੰਦਾ ਜਥੇਦਾਰ ਹੁੰਦੇ ਨੇ, ਕੌਮ ਦੇ ਨੁਮਾਇੰਦਾ ਸ਼ਖਸੀਅਤਾਂ ਹੁੰਦੀਆਂ ਨੇ, ਤਖ਼ਤ ਸਾਹਿਬਾਨ ਦੇ ਜਥੇਦਾਰ ਹੁੰਦੇ ਨੇ। ਤਾਂ ਇਹ ਕਿਸੇ ਵੀ ਇਕੱਲੇ ਮਨੁੱਖ ਦਾ ਫੈਸਲਾ ਨਹੀਂ ਹੈ ਕਿ ਅਸੀਂ ਕੌਮ ਦੇ ਬਾਰੇ ਕੋਈ ਪ੍ਰੋਗਰਾਮ ਦੇ ਸਕੀਏ। ਤਾਂ ਸਾਰੀ ਕੌਮੀਅਤ ਨੇ ਮਿਲ ਕੇ ਇਸ ਉੱਪਰ ਵਿਚਾਰ ਕਰਨੀ ਹੈ। ਕਿਉਂ ਸਿੰਘ ਸਾਹਿਬਾਨ ਜੀ? ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਅਗਵਾਈ ਕੀਤੀ ਜਾ ਰਹੀ ਹੈ ਕੌਮ ਦੀ। ਦੂਸਰੀਆਂ ਜਥੇਬੰਦੀਆਂ ਨੂੰ ਵੀ ਚਾਹੀਦਾ ਉਹ ਸਿਦਕ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ, ਇੱਕ ਨਿਯਮ ਵਿੱਚ ਰਹਿ ਕੇ ਉਹ ਉਸ ਅਨੁਸਾਰ ਹੀ ਚੱਲਾਂਗੇ ਤਾਂ ਅਸੀਂ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਕਰ ਸਕਦੇ ਹਾਂ। ਆਪ ਹੁਦਰੀਆਂ ਕੋਈ ਬੰਦਾ ਵੀ ਨਾ ਕਰੇ। ਮੈਂ ਵੀ ਜਥੇਬੰਦੀਆਂ ਨੂੰ, ਕੁਝ ਹੋਰ ਸੱਜਣਾਂ ਨੂੰ ਬੇਨਤੀ ਕਰਾਂਗਾ, ਜੋ ਵੀ ਪ੍ਰੋਗਰਾਮ ਲਿਖਿਆ ਜਾਵੇ ਉਹ ਸਲਾਹ ਮਸ਼ਵਰੇ ਨਾਲ, ਜੋ ਵੀ ਸਾਡੇ ਜਥੇਦਾਰ ਸਾਹਿਬਾਨ ਔਰ ਪੰਥ ਦੇ ਸਿਆਣੇ ਬੰਦੇ ਕੋਈ ਪ੍ਰੋਗਰਾਮ ਲਿਖਣ, ਉਹਦੇ ਮੁਤਾਬਕ ਹੀ ਉਹਦੇ ਤੇ ਪਹਿਰਾ ਦੇਣਾ ਚਾਹੀਦਾ। ਉਹਦੇ ਤੇ ਸਾਡੀ ਕਾਮਯਾਬੀ ਸਾਨੂੰ ਹਾਸਲ ਹੋਵੇ।